हाँ जी, पिछले ਲੈਕਚਰ 'ਚ ਆਪਾਂ ਦੇਖਿਆ ਸੀਗਾ ਕੰਟੀਨਿਊਟੀ ਤੇ ਲਿਮਿਟ ਬਾਰੇ ਗੱਲ ਕੀਤੀ ਸੀਗੀ। ਆਪਾਂ ਦੇਖਿਆ ਸੀ ਕਿ ਲਿਮਿਟ ਕਦੋਂ ਡਿਫਾਈਨ ਹੁੰਦੀ ਹੈਗੀ ਹੈ ਜਾਂ ਕੰਟੀਨਿਊਟੀ ਕਦੋਂ ਹੁੰਦੀ ਹੈਗੀ ਹੈ। ਆਪਾਂ ਕੰਟੀਨਿਊਟੀ ਦੀਆਂ ਡਿਫਰੈਂਟ ਟਾਈਪਸ ਡਿਸਕੰਟੀਨਿਊਟੀ ਦੇ ਡਿਫਰੈਂਟ ਟਾਈਪਸ ਦੇਖੀਆਂ ਸੀਗੀਆਂ। ਆਪਾਂ ਦੇਖਿਆ ਸੀਗਾ ਕਿ ਕੋਈ ਫੰਕਸ਼ਨ ਜਿਹੜੇ ਨੇ, ਕਿਹੜੇ ਫੰਕਸ਼ਨ ਜਿਹੜੇ ਪੈਟ ਫੰਕਸ਼ਨ ਨੇ ਜਿਹੜੇ ਆਲਵੇਜ਼ ਕੰਟੀਨਿਊਸ ਹੁੰਦੇ ਨੇ, ਹੈ ਨਾ, ਵਗੈਰਾ ਵਗੈਰਾ। ਅੱਜ ਫਰਦਰ ਕੁਐਸਚਨਸ ਕਰਦੇ ਹੈਗੇ ਆ। ਇੱਕ ਐਬਸੋਲੂਟ ਫੰਕਸ਼ਨ ਡਿਫਾਈਨ ਕਰਦੇ ਜੋ ਕਿ ਕੰਟੀਨਿਊਸ ਫੰਕਸ਼ਨ ਹੋਏਗਾ, ਠੀਕ ਹੈ। ਐਬਸੋਲੂਟ ਫੰਕਸ਼ਨ ਜਾਣਦੇ ਹਾਂ ਕਿ ਐਫ ਐਕਸ ਇਜ਼ ਇਕੁਅਲ ਟੂ ਐਕਸ, ਜਦੋਂ ਐਕਸ ਪੋਜ਼ੀਟਿਵ ਹੈ ਜਾਂ 0 ਦੇ ਬਰਾਬਰ ਹੈ, ਜਾਂ ਮਾਈਨਸ ਐਕਸ ਹੈ ਜਦੋਂ ਐਕਸ ਨੈਗੇਟਿਵ ਹੈ। ਤਾਂ ਇਹ ਫੰਕਸ਼ਨ ਨੂੰ ਆਪਾਂ ਐਬਸੋਲੂਟ ਫੰਕਸ਼ਨ ਕਹਿੰਦੇ ਹੁੰਦੇ ਹਾਂ। ਇਸ ਨੂੰ ਆਪਾਂ ਮੋਡੂਲਸ ਐਕਸ ਦੇ ਨਾਲ ਡਿਨੋਟ ਕਰਾਂਗੇ, ਰਾਈਟ। ਤਾਂ ਇਹ ਫੰਕਸ਼ਨ ਹਮੇਸ਼ਾ ਹੀ ਕੰਟੀਨਿਊਸ ਹੁੰਦਾ ਹੈਗਾ। ਅਤੇ ਇਹ ਪਰ ਇਹਦਾ ਮੈਂ ਪਿੱਛੇ ਕੁਛ ਨਹੀਂ, ਮੈਂ ਕਿਹਾ ਮੈਂ ਆ ਕਿਵੇਂ ਗਲਤੀ ਕਿਵੇਂ ਕਰ ਗਿਆ। ਪਰ ਇਸ ਫੰਕਸ਼ਨ ਦੇ ਵਿੱਚ ਇੱਕ ਜਗ੍ਹਾ 'ਤੇ ਨਾ ਐਜ ਆਉਂਦੀ ਹੈਗੀ ਹੈ। ਫੰਕਸ਼ਨ ਇਹ ਉਹ ਆਪਣੀ ਐਜ ਵਾਲੇ ਪੁਆਇੰਟ ਦੇ ਉੱਪਰ ਬੜਾ ਐਬਨੋਰਮਲ ਅਤੇ ਬੜਾ ਇੰਪੋਰਟੈਂਟ ਬਿਹੇਵੀਅਰ ਦਿਖਾਉਂਦਾ ਹੈਗਾ। ਇਹ ਆਪਾਂ ਜਦੋਂ ਡੈਰੀਵੇਟਿਵ ਵਾਲਾ ਚੈਪਟਰ ਕੀਤਾ ਉਦੋਂ ਇਹਦੇ ਬਾਰੇ ਜਾਣਾਂਗੇ ਆਪਾਂ, ਰਾਈਟ। ਤਾਂ ਉਹ ਕੰਟੀਨਿਊਸ ਦੀ ਗੱਲ ਆਪਾਂ ਕਰ ਹੀ ਲਈਏ ਕਿ ਫੰਕਸ਼ਨ ਕੰਟੀਨਿਊਸ ਕਦੋਂ ਹੋਊਗਾ। ਫੰਕਸ਼ਨ ਉਦੋਂ ਕੰਟੀਨਿਊਸ ਹੋਊਗਾ ਜਦੋਂ ਉਹਦੀ ਲਿਮਿਟਿੰਗ ਵੈਲਿਊਜ਼ ਦੀ ਆਪਣੀ ਐਗਜ਼ੈਕਟ ਵੈਲਿਊ ਦੇ ਬਰਾਬਰ ਹੋ ਜਾਏ ਤਾਂ ਫੰਕਸ਼ਨ ਜਿਹੜਾ ਹੈਗਾ ਕੰਟੀਨਿਊਸ ਹੋ ਜਾਏਗਾ। ਅਤੇ ਇੰਨਾ ਕੀ ਪ੍ਰੂਵ ਕਰਨ ਦੀ ਲੋੜ ਪਊਗੀ ਤੁਹਾਨੂੰ ਲਿਮਿਟ ਫੰਕਸ਼ਨ ਨੂੰ ਕੰਟੀਨਿਊਸ ਪ੍ਰੂਵ ਕਰਨ ਦੇ ਲਈ ਕਿ ਉਹਦੀ ਲਿਮਿਟਿੰਗ, ਉਹਦੀ ਲਿਮਿਟ ਜਿਹੜੀ ਹੈਗੀ ਉਸਦੀ ਐਗਜ਼ੈਕਟ ਵੈਲਿਊ ਦੇ ਬਰਾਬਰ ਪ੍ਰੂਵ ਕਰ ਦਿਓ, ਫੰਕਸ਼ਨ ਜਿਹੜਾ ਹੈਗਾ ਕੰਟੀਨਿਊਸ ਹੋ ਜਾਂਦਾ ਹੈਗਾ। ਇਸ ਫੰਕਸ਼ਨ ਦੀ ਆਪਾਂ ਕੰਟੀਨਿਊਟੀ ਡਿਸਕਸ ਕਰਨੀ ਹੈਗੀ ਹੈ। ਇਹ ਫੰਕਸ਼ਨ ਕਾਹਦੇ ਬਰਾਬਰ ਹੈਗਾ? ਮੋਡੂਲਸ ਐਕਸ ਅਪੋਨ ਐਕਸ ਜਦੋਂ ਐਕਸ ਨਾਨ ਜ਼ੀਰੋ ਹੋਵੇ, ਅਤੇ ਇਹ ਫੰਕਸ਼ਨ 0 ਦੇ ਬਰਾਬਰ ਹੋਊਗਾ ਜਦੋਂ ਐਕਸ 0 ਦੇ ਬਰਾਬਰ ਹੋਵੇ। ਤਾਂ ਇਸ ਦੀ ਆਪਾਂ ਕੰਟੀਨਿਊਟੀ ਡਿਸਕਸ ਕਰਨੀ ਹੈ ਐਟ ਦਾ ਓਰੀਜਨ, ਰਾਈਟ। ਤਾਂ ਆਪਾਂ ਦੇਖਣਾ ਕਿ ਫੰਕਸ਼ਨ ਓਰੀਜਨ ਦੇ ਉੱਪਰ ਕੰਟੀਨਿਊਸ ਹੈਗਾ ਜਾਂ ਨਹੀਂ ਹੈਗਾ। ਅਤੇ ਆਪਾਂ ਕੀ ਕਰਾਂਗੇ, ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਲੈ ਕੇ ਦੇਖ ਲੈਂਦੇ ਹਾਂ। ਵੈਸੇ ਉਹਨਾਂ ਦੀ ਲੋੜ ਨਹੀਂ ਪੈਣੀ ਹੈਗੀ, ਲੋੜ ਵੈਸੇ ਪਏਗੀ। ਕਿਉਂ ਪਏਗੀ? ਕਿਉਂਕਿ ਜਿੱਥੇ ਮੋਡੂਲਸ ਫੰਕਸ਼ਨ ਆ ਜਾਂਦਾ ਨਾ ਉੱਥੇ ਥੋੜ੍ਹਾ ਐਬਨੋਰਮਲ ਬਿਹੇਵੀਅਰ ਦਿਖਾਉਂਦਾ ਹੈਗਾ ਨੈਗੇਟਿਵ ਅਤੇ ਪੋਜ਼ੀਟਿਵ ਵੈਲਿਊ ਲਈ। ਪਹਿਲਾਂ ਦੀ ਰਾਈਟ ਹੈਂਡ ਲਿਮਿਟ ਲੈ ਕੇ ਦੇਖਦੇ ਹੈਗੇ ਫੰਕਸ਼ਨ ਦੀ। ਐਕਸ ਅਪਰੋਚਸ ਟੂ 0 ਪੋਜ਼ੀਟਿਵ ਮੀਨਸ ਵੀ ਆਰ ਐਟ ਦਾ ਰਾਈਟ ਸਾਈਡ ਆਫ 0, ਦੈਟ ਮੀਨਸ ਵੀ ਆਰ ਪੋਜ਼ੀਟਿਵ, ਠੀਕ ਹੈ। ਅਤੇ ਪੋਜ਼ੀਟਿਵ ਦੇ ਕੇਸ ਫਿਰ ਕੀ ਹੋਏਗਾ, ਜਿਹੜਾ ਐਕਸ ਮੋਡੂਲਸ ਹੋਏਗਾ ਇਹ ਪਲੱਸ ਐਕਸ ਦੇ ਬਰਾਬਰ ਆ ਜਾਊਗਾ ਜੋ ਕਿ ਐਕਸ ਬਟਾ ਐਕਸ ਆਂਸਰ 1 ਦੇ ਦੇਗਾ। ਅਤੇ ਜੇ ਆਪਾਂ ਐਕਸ ਦੇ 0 ਦੇ ਨੈਗੇਟਿਵ ਸਾਈਡ ਤੋਂ ਲਿਮਿਟ ਲਈਏ ਮੀਨਸ ਵੀ ਆਰ ਅਪਰੋਚਿੰਗ 0 ਫਰੋਮ the left side, that means value of x is slightly lesser than 0, that means we are on the negative side, right, negative side of 0 means ਇਸ ਕੇਸ ਕੀ ਹੈ x ਨੈਗੇਟਿਵ ਹੈ ਤਾਂ ਆਪਣਾ ਇਹ ਮਾਈਨਸ ਐਕਸ ਆ ਜਾਊਗਾ। ਹੁਣ ਇਹ ਕੱਟ ਕੇ ਦੋਨੋਂ ਕੀ ਆ ਗਿਆ, x ਅਪੋਨ x ਨੈਗੇਟਿਵ ਜਿਹੜਾ ਮਾਈਨਸ ਆਂਸਰ ਆ ਜਾਊਗਾ। ਰਾਈਟ ਹੈਂਡ ਅਤੇ ਲੈਫਟ ਹੈਂਡ ਲਿਮਿਟ ਦੋਨੋਂ ਬਰਾਬਰ ਆ ਹੀ ਨਹੀਂ ਰਹੀ ਹੈਗੇ ਤਾਂ ਗੁੰਜਾਇਸ਼ ਨਹੀਂ ਹੁੰਦੀ ਕਿ ਆਪਾਂ ਫੰਕਸ਼ਨ ਨੂੰ ਕੰਟੀਨਿਊਸ ਕਹਿ ਸਕੀਏ ਕਿਉਂਕਿ ਇਹਨਾਂ ਦੋਨਾਂ ਦਾ ਬਰਾਬਰ ਹੋਣਾ ਜ਼ਰੂਰੀ ਹੁੰਦਾ ਹੈਗਾ, ਠੀਕ ਹੈ। ਤਾਂ ਇਹ ਇਸ ਕਰਕੇ ਜਿਹੜਾ ਫੰਕਸ਼ਨ ਹੈਗਾ ਇਹ ਡਿਸਕੰਟੀਨਿਊਸ ਹੋਏਗਾ ਕਿਉਂਕਿ ਇਹ ਲਿਮਟਾਂ ਬਰਾਬਰ ਨਹੀਂ ਹੈਗੀਆਂ। ਬਾਕੀ ਆਹ ਚੀਜ਼ ਦਾ ਡਿਸਕਸ ਕਰਨ ਦਾ ਮਤਲਬ ਹੀ ਨਹੀਂ ਬਣੇਗਾ ਫਿਰ ਕਿਉਂਕਿ ਆਹ ਲਿਮਿਟ ਐਗਜ਼ਿਸਟ ਨਹੀਂ ਕਰਦੀ ਪਈ ਹੈਗੀ, ਰਾਈਟ। therefore function is not continuous at 0। ਐਕਸਰਸਾਈਜ਼ 5A ਸਟਾਰਟ ਕਰਦੇ ਹਾਂ। ਐਗਜ਼ਾਮਾਈਨ ਦਾ ਕੰਟੀਨਿਊਟੀ ਆਫ ਦਿਸ ਫੰਕਸ਼ਨ ਐਟ ਐਕਸ ਇਜ਼ ਇਕੁਅਲ 3। ਹੁਣ ਜਿਵੇਂ ਕਿ ਆਪਾਂ ਗੱਲ ਕੀਤੀ ਸੀ ਕਿ ਫੰਕਸ਼ਨ ਜਿਹੜੇ ਪੋਲੀਨੋਮੀਅਲ ਫੰਕਸ਼ਨ ਹੁੰਦੇ ਨੇ ਉਹ ਕੰਟੀਨਿਊਸ ਹੁੰਦੇ ਨੇ। ਵੈਸੇ ਤਾਂ ਕਹਿਣ ਦੀ ਲੋੜ ਹੀ ਨਹੀਂ ਹੈਗੀ ਫੰਕਸ਼ਨ ਕੰਟੀਨਿਊਸ ਹੀ ਹੋਏਗਾ, ਪਰ ਫਿਰ ਵੀ ਆਪਾਂ ਯੂਜ਼ਿੰਗ ਲਿਮਿਟ ਆਪਾਂ ਇਸ ਨੂੰ ਪ੍ਰੂਵ ਕਰ ਸਕਦੇ ਹੈਗੇ ਹਾਂ। ਪਹਿਲਾਂ ਦੀ ਰਾਈਟ ਹੈਂਡ ਲਿਮਿਟ ਲੈਂਦੇ ਹਾਂ, ਦੈਟ ਇਜ਼ ਵੀ ਆਰ ਅਪਰੋਚਿੰਗ 3 ਫਰੋਮ ਦਾ ਰਾਈਟ ਸਾਈਡ, ਰਾਈਟ। ਤਾਂ ਲਿਮਿਟ ਲੈ ਲਈ ਆਪਾਂ ਆਫ ਐਕਸ 2x ਸਕੁਏਅਰ ਮਾਈਨਸ 1। ਜਦੋਂ ਆਪਾਂ ਰਾਈਟ ਸਾਈਡ ਤੋਂ ਅਪਰੋਚ ਕਰਦੇ ਹਾਂ ਤਾਂ ਆਪਾਂ ਐਕਸ ਨੂੰ ਰਿਪਲੇਸ ਕਰ ਸਕਦੇ ਹਾਂ 3 ਪਲੱਸ ਐਚ। ਇੱਥੇ ਐਚ ਕੋਈ ਵੀ ਪੋਜ਼ੀਟਿਵ ਨੰਬਰ ਹੈਗਾ, ਰਾਈਟ। ਜੇ ਐਕਸ 3 ਨੂੰ ਅਪਰੋਚ ਕਰ ਰਿਹਾ ਤਾਂ ਐਚ ਜਿਹੜਾ ਹੈਗਾ 0 ਨੂੰ ਅਪਰੋਚ ਕਰ ਰਿਹਾ ਹੈਗਾ, ਰਾਈਟ। ਅਤੇ ਅਪਰੋਚ ਕਰਾ ਤਾ, ਪੁੱਟ ਕਰਤਾ ਐਕਸ ਇਜ਼ ਇਕੁਅਲ ਟੂ 3 ਪਲੱਸ ਐਚ, ਪੁੱਟ ਕਰਤਾ ਜੋ ਵੀ ਹੈ ਕਰੀ ਗਏ ਸਿੰਪਲੀਫਾਈ ਕਰ ਲਿਆ, ਸਕੇਅਰ ਖੋਲ੍ਹ ਲਿਆ, ਸਿੰਪਲੀਫਾਈ ਕਰ ਲਓ ਇਸਨੂੰ, ਐਚ 0 ਭਰ ਦਿਓ, ਆਂਸਰ 17 ਆ ਜਾਊਗਾ। ਹੁਣ ਕੀ ਹੈ, ਆਪਾਂ ਦੂਸਰੀ ਲਿਮਿਟ ਲੈਂਦੇ ਹਾਂ, ਲੈਫਟ ਹੈਂਡ ਲਿਮਿਟ ਲੈਂਦੇ ਹਾਂ, ਦੈਟ ਮੀਨਸ ਵੀ ਆਰ ਅਪਰੋਚਿੰਗ ਐਕਸ ਫਰੋਮ 3 ਫਰੋਮ ਦਾ ਨੈਗੇਟਿਵ ਸਾਈਡ ਮੀਨ ਜਾਂ ਫਰੋਮ ਦਾ ਲੈਫਟ ਸਾਈਡ। ਉਸ ਕੇਸ ਕੀ ਹੈ ਕਿ ਆਪਾਂ ਐਕਸ ਇਜ਼ ਇਕੁਅਲ ਟੂ 3 ਮਾਈਨਸ ਐਚ ਭਰ ਦਾਂਗੇ, ਠੀਕ ਹੈ। ਜੇ ਐਕਸ ਇਜ਼ ਇਕੁਅਲ ਟੂ 3 ਮਾਈਨਸ ਐਚ ਭਰਤਾ ਤਾਂ ਐਕਸ ਅਪਰੋਚਸ ਟੂ 3 ਨੈਗੇਟਿਵ ਮੀਨ ਐਚ ਅਪਰੋਚਸ ਟੂ 0। ਇਸ ਕੇਸ ਵੀ ਐਚ 0 ਨਹੀਂ ਅਪਰੋਚ ਕਰੂਗਾ, ਰਾਈਟ। ਅਤੇ ਇੱਥੇ ਆਪਾਂ ਐਕਸ ਇਜ਼ ਇਕੁਅਲ ਟੂ 3 ਮਾਈਨਸ ਐਚ ਭਰਤਾ, ਸਿੰਪਲੀਫਾਈ ਕਰੋ, ਐਚ ਨੂੰ 0 ਭਰੋ, ਠੀਕ ਹੈ। ਅਤੇ ਆਂਸਰ 17 ਆ ਜਾਏਗਾ ਜੋ ਕਿ ਪਹਿਲੇ ਦੇ ਬਰਾਬਰ ਹੀ ਹੈ, ਰਾਈਟ। ਅਤੇ ਯਾਨੀ ਕਿ ਦੋਨੋਂ ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਬਰਾਬਰ ਆ ਗਈਆਂ, ਠੀਕ ਹੈ। ਤਾਂ ਇਹ ਤਾਂ ਮਸਲਾ ਹੱਲ ਹੋ ਗਿਆ ਆਪਣਾ ਕਿ ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਦੋਨੋਂ ਬਰਾਬਰ ਨੇ। ਪਰ ਐਫ ਦੀ ਵੈਲਿਊ ਵੀ 3 ਦੇ ਉੱਪਰ ਚੈੱਕ ਕਰਨੀ ਬਣਦੀ ਹੈਗੀ। ਉਹ ਕਿੰਨੀ ਆਊਗੀ? 3 ਭਰ ਦਿਓ ਜਿੱਥੇ ਐਕਸ ਹੈਗਾ, ਤਾਂ 3 ਤੀਏ 9 ਦੂਣੀ 18 ਘਟਾਓ 1 17। ਹੁਣ ਦੇਖ ਲਓ ਰਾਈਟ ਹੈਂਡ ਲਿਮਿਟ ਬਰਾਬਰ ਲੈਫਟ ਹੈਂਡ ਲਿਮਿਟ ਬਰਾਬਰ ਐਗਜ਼ੈਕਟ ਵੈਲਿਊ। ਤਾਂ ਫੰਕਸ਼ਨ ਜਿਹੜਾ ਹੈਗਾ ਪਰਫੈਕਟਲੀ ਕੰਟੀਨਿਊਸ ਆ ਰਿਹਾ ਅਤੇ ਇਹ ਆਉਣਾ ਵੀ ਸੀਗਾ ਕਿਉਂਕਿ ਇਹ ਫੰਕਸ਼ਨ ਪੋਲੀਨੋਮੀਅਲ ਫੰਕਸ਼ਨ ਹੈ,
ਰਾਈਟ। ਅਗਲਾ ਫੰਕਸ਼ਨ ਹੈਗਾ ਇਹ ਮੋਡੂਲਸ ਫੰਕਸ਼ਨ ਹੀ ਹੈ, ਠੀਕ ਹੈ। ਇਸ ਨੂੰ ਆਪਾਂ 5 ਦੇ ਉੱਪਰ ਦੀ ਕੰਟੀਨਿਊਟੀ ਡਿਸਕਸ ਕਰਨੀ ਹੈ, ਕਿਸੇ ਅਦਰ ਪੁਆਇੰਟ ਦੇ ਉੱਪਰ ਡਿਸਕਸ ਕਰਨੀ ਹੈ। ਐਗਜ਼ਾਮਾਈਨ ਦ ਕੰਟੀਨਿਊਟੀ ਆਫ ਦਿਸ ਫੰਕਸ਼ਨ since no point is mentioned, so we take an arbitrary point to discuss the continuity of this function, क्योंकि ਆਪਾਂ ਨੂੰ ਕੁਝ ਮੈਂਸ਼ਨ ਨਹੀਂ ਕੀਤਾ ਗਿਆ, ਆਪਾਂ ਦੀ ਕੰਟੀਨਿਊਟੀ ਚੈੱਕ ਕਰਨੀ ਹੈਗੀ ਹੈ। ਵੈਸੇ ਇਹ ਮੋਡੂਲਸ ਫੰਕਸ਼ਨ ਹੈ ਜੋ ਕਿ ਕੰਟੀਨਿਊਸ ਹੁੰਦਾ ਹੈਗਾ, ਰਾਈਟ। ਆਪਾਂ ਡਿਸਕਸ ਕੀਤਾ ਹੋਇਆ ਇਹਦੇ ਬਾਰੇ, ਵਰਬਲੀ ਕੀਤਾ, ਕੋਈ ਪ੍ਰੂਫ ਨਹੀਂ ਕੀਤਾ ਹੈਗਾ। ਪਹਿਲਾਂ ਆਪਾਂ ਤਾਂ ਐਕਸ ਕੋਈ ਸੀ ਕੋਈ ਵੀ ਪੁਆਇੰਟ ਲੈ ਲੈਣੇ ਆ ਇਹਦੀ ਫੰਕਸ਼ਨ ਦੀ ਡੋਮੇਨ ਦੇ ਵਿੱਚ। ਤਾਂ ਇਹ ਕੋਈ ਵੀ ਹੋ ਸਕਦਾ, 1 2 3 4 5 ਕੋਈ ਵੀ ਪੁਆਇੰਟ ਹੋ ਸਕਦਾ ਹੈਗਾ। ਆਪਾਂ ਇਨ ਜਨਰਲ ਪੁਆਇੰਟ ਸਪੈਸੀਫਾਈ ਕਰਤਾ ਕਿ ਸੀ ਲੈ ਲਓ, ਬਾਅਦ 'ਚ ਜੋ ਮਰਜ਼ੀ ਰਿਪਲੇਸ ਕਰੀ ਜਾਓ। ਤਾਂ ਸੀ ਪੋਜ਼ੀਟਿਵ ਅਪਰੋਚ ਕਰਾਉਂਦੇ ਆ, ਦੈਟ ਇਜ਼ ਰਾਈਟ ਹੈਂਡ ਲਿਮਿਟ ਐਟ ਸੀ। ਤਾਂ ਆਪਾਂ ਇੱਥੇ ਐਕਸ ਕੀ ਪੁੱਟ ਕਰ ਦਾਂਗੇ, ਸੀ ਪਲਸ ਐਚ ਭਰ ਦਾਂਗੇ, ਠੀਕ ਹੈ। ਅਤੇ ਐਚ ਨੂੰ 0 ਲੈ ਲਓ, ਇਹ ਸੀ ਮਾਈਨਸ 5 ਆ ਜਾਏਗਾ, ਰਾਈਟ। ਅਤੇ ਉਸ ਤੋਂ ਬਾਅਦ ਜਿਹੜਾ ਹੈਗਾ ਸੀ ਦੀ ਉੱਪਰ ਲੈਫਟ ਹੈਂਡ ਲਿਮਿਟ ਲੈ ਲਓ, ਹੈ ਨਾ। ਅਤੇ ਲੈਫਟ ਹੈਂਡ ਲੈ ਲਈ। ਹੁਣ ਐਕਸ ਆਪਾਂ ਸੀ ਮਾਈਨਸ ਐਚ ਭਰ ਦਾਂਗੇ, ਫਿਰ ਐਚ 0 ਭਰ ਦੋ, ਹੁਣ ਫਿਰ ਸੀ ਮਾਈਨਸ 5 ਆ ਗਏ। ਅਤੇ ਐਫ ਸੀ ਐਗਜ਼ੈਕਟ ਵੈਲਿਊ ਉਹ ਵੀ ਸੀ ਮਾਈਨਸ 5 ਹੈ ਨਾ। ਅਤੇ ਦੇਖੋ ਬੜਾ ਟ੍ਰਿਵੀਅਲ ਜਿਹਾ ਪ੍ਰੂਫ ਹੈਗਾ ਇੱਥੇ। ਲੈਫਟ ਹੈਂਡ ਲਿਮਿਟ ਸੀ ਦੇ ਉੱਪਰ ਜਿਹੜੀ ਹੈਗੀ ਆ ਉਹ ਜਿਹੜੀ ਰਾਈਟ ਹੈਂਡ ਲਿਮਿਟ ਹੈ ਸੀ ਦੇ ਉੱਪਰ, ਉਹ ਲੈਫਟ ਹੈਂਡ ਲਿਮਿਟ ਦੇ ਬਰਾਬਰ ਆ ਰਹੀ ਹੈ, ਅਤੇ ਦੋਨੋਂ ਹੀ ਐਗਜ਼ੈਕਟ ਵੈਲਿਊ ਦੇ ਬਰਾਬਰ ਆ ਰਹੀਆਂ ਹੈਗੀਆਂ, ਠੀਕ ਹੈ। ਇਹਦਾ ਮਤਲਬ ਫੰਕਸ਼ਨ ਕੀ ਹੈਗਾ, ਇਹ ਕੰਟੀਨਿਊਸ ਹੈਗਾ ਪੁਆਇੰਟ ਸੀ ਦੇ ਉੱਪਰ। ਪਰ ਕਿਉਂਕਿ ਜਿਹੜਾ ਸੀ ਸੀਗਾ ਇਹ ਆਰਬਿਟਰਰੀ ਪੁਆਇੰਟ ਹੈਗਾ, ਇਸ ਕਰਕੇ ਫਿਰ ਜਿਹੜਾ ਫੰਕਸ਼ਨ ਹੋਏਗਾ ਕੰਟੀਨਿਊਸ ਹੋਏਗਾ ਐਵਰੀਵੇਅਰ, ਠੀਕ ਹੈ। ਆਹ ਫੰਕਸ਼ਨ ਦੇਖਦੇ ਹੈਗੇ ਆ। ਇਹ ਫੰਕਸ਼ਨ ਐਫ ਐਕਸ ਇਜ਼ ਇਕੁਅਲ ਟੂ ਐਕਸ ਮਾਈਨਸ ਐਕਸ ਸਕੇਅਰ ਬ੍ਰੈਕਟ, ਇਹ ਅਸਲ 'ਚ ਇਹਨੂੰ ਗ੍ਰੇਟੈਸਟ ਇੰਟੈਗਰਲ ਵੈਲਿਊਡ ਫੰਕਸ਼ਨ ਬੋਲਦੇ ਹੁੰਦੇ ਆ। ਰੀਕਾਲ ਇਹਦੇ 'ਚ ਕੀ ਹੁੰਦਾ ਕਿ ਆਪਾਂ ਨਾ ਜੇ ਸਪੋਜ਼ ਕਰ ਲਓ ਕੋਈ ਗ੍ਰੇਟੈਸਟ, ਜੇ ਸਪੋਜ਼ ਇੱਥੇ ਐਕਸ ਮੰਨ ਲਓ ਕੁਝ ਵੀ, ਇਹਦੀ ਵੈਲਿਊ ਕਾਹਦੀ ਹੋਏਗੀ, ਗ੍ਰੇਟੈਸਟ ਇੰਟੀਜਰ ਲੈਸਰ ਦੈਨ ਐਕਸ, ਮੀਨ ਜਿਹੜਾ ਐਕਸ ਤੋਂ ਜਸਟ ਛੋਟਾ ਹੋਏਗਾ, ਵੱਡੇ ਤੋਂ ਵੱਡਾ ਇੰਟੀਜਰ ਜਿਹੜਾ ਐਕਸ ਤੋਂ ਛੋਟਾ ਹੋਵੇ ਬਸ। ਜਿਵੇਂ ਸਪੋਜ਼ ਕਰ ਲਓ 1.57 ਹੈ ਨਾ, 1.57 ਤੋਂ ਕਿਹੜਾ ਇੰਟੀਜਰ ਹੋਏਗਾ ਜਿਹੜਾ ਛੋਟਾ ਹੋਵੇ, ਸਭ ਤੋਂ ਵੱਡਾ ਹੋਵੇ। ਹੁਣ 1.57 ਤੋਂ 1 ਵੀ ਛੋਟਾ ਹੈਗਾ, 0 ਵੀ ਛੋਟਾ ਹੈਗਾ, -1 ਵੀ ਛੋਟਾ ਹੈ, ਅਤੇ -2 ਵੀ ਛੋਟਾ, ਪਰ ਇਹਨਾਂ ਸਾਰਿਆਂ 'ਚੋਂ ਵੱਡਾ ਕਿਹੜਾ ਹੈ, 1 ਵੱਡਾ ਹੈ, ਤਾਂ ਆਨਸਰ 1 ਆ ਜਾਊਗਾ। 2.58 ਵਿੱਚ, ਠੀਕ ਹੈ, 2.58 ਤੋਂ ਕੌਣ ਛੋਟਾ, 2 ਛੋਟਾ, 1 ਛੋਟਾ, 0 -1, ਪਰ ਇਹਨਾਂ ਸਾਰਿਆਂ 'ਚੋਂ ਵੱਡਾ ਕੌਣ ਹੈ, 2, ਤਾਂ ਆਨਸਰ 2 ਆ ਜਾਏਗਾ। ਤਾਂ ਕਹਿਣ ਤੋਂ ਬਾਅਦ ਤੁਸੀਂ ਫ੍ਰੈਕਸ਼ਨਲ ਪੁਆਇੰਟ ਨੂੰ ਉਡਾਤਾ ਇੱਥੋਂ, ਠੀਕ ਹੈ। ਇਸੇ ਤਰ੍ਹਾਂ 0.5 ਲਈ 0 ਆ ਜਾਏਗਾ, ਅਤੇ -1.38 ਲਈ -2 ਆ ਜਾਊਗਾ, ਠੀਕ ਹੈ। ਤਾਂ ਆਪਾਂ ਕੀ ਕਰਦੇ ਹਾਂ, ਕੋਈ ਐਨੀ ਪੁਆਇੰਟ ਲੈ ਲੈਂਦੇ ਹਾਂ, ਐਨੀ ਇੰਟੀਜਰ ਲੈ ਲੈਂਦੇ ਹਾਂ, ਠੀਕ ਹੈ। ਉਹਦੇ ਉੱਪਰ ਰਾਈਟ ਹੈਂਡ ਲਿਮਿਟ ਲੈਂਦੇ ਹਾਂ, ਪਹਿਲਾਂ ਲੈ ਲੈਂਦੇ ਰਾਈਟ ਹੈਂਡ ਲਿਮਿਟ, ਅਤੇ ਇੰਟੀਜਰ ਉੱਪਰ ਡਿਸਕਸ ਕਰਨਾ ਨਾ ਆਪਾਂ। ਅਤੇ ਇੰਟੀਜਰ ਉੱਪਰ ਡਿਸਕਸ ਕਰੋਗੇ ਤਾਂ ਤੁਸੀਂ ਇੱਥੇ ਕੇ ਪੁੱਟ ਕੀਤਾ, ਰਾਈਟ। ਕੇ ਦੇ ਰਾਈਟ ਹੈਂਡ ਸਾਈਡ ਤੋਂ ਪੁੱਟ ਕਰ ਰਹੇ ਹੈ ਨਾ, ਯਾਨੀ ਦੈਟ ਇਜ਼ ਕੇ ਤਾਂ ਹੁਣ ਇੰਟੀਜਰ ਹੈ, ਕੇ ਦੇ ਰਾਈਟ ਹੈਂਡ 'ਤੇ ਕੀ ਪਿਆ ਹੋਊਗਾ, ਕੇ ਪੁਆਇੰਟ ਸਮਥਿੰਗ, ਜੋ ਇੱਥੇ ਭਰੋਗੇ ਤਾਂ ਕੇ ਹੀ ਆਊਗਾ ਡੈਫੀਨੇਸ਼ਨ ਦੇ ਅਕੋਰਡਿੰਗ, ਹੈ ਨਾ। ਅਤੇ ਇਹ ਆਨਸਰ ਕੀ ਹੈ, ਕੇ ਮਾਈਨਸ ਕੇ ਇਜ਼ ਇਕੁਅਲ ਟੂ 0। ਪਰ ਜੇ ਆਪਾਂ ਕੇ ਦੇ ਕੇ ਦੇ ਉੱਪਰ ਲੈਫਟ ਹੈਂਡ ਲਿਮਿਟ ਲਵਾਂਗੇ ਤਾਂ ਯੂ ਆਰ ਅਪਰੋਚਿੰਗ ਕੇ ਫਰੋਮ ਦ ਲੈਫਟ ਸਾਈਡ, ਦੈਟ ਮੀਨਸ ਇਹ ਕੀ ਬਣੂਗਾ, ਇਹ ਕੋਈ ਹੋਊਗਾ ਕੇ -1 ਪੁਆਇੰਟ ਸਮਥਿੰਗ, ਹੈ ਨਾ, ਕੇ -1 ਪੁਆਇੰਟ ਸਮਥਿੰਗ। ਤਾਂ ਇਹਦਾ ਆਨਸਰ ਕੀ ਆਊਗਾ, ਕੇ -1 ਆਊਗਾ ਇਸ ਕੇਸ ਦੇ ਵਿੱਚ, ਰਾਈਟ। ਤਾਂ ਇਹਨੂੰ ਸੋਲਵ ਕਰ ਲਓ, ਕੇ -1 ਜੋ ਕਿ 1 ਆਨਸਰ ਆ ਜਾਊਗਾ। ਦੋਨੋਂ ਲਿਮਟਾਂ ਬਰਾਬਰ ਨਹੀਂ ਹੈਗੀਆਂ, ਤਾਂ ਸਾਫ਼ ਜੀ ਗੱਲ, ਜੇ ਲਿਮਟਾਂ ਬਰਾਬਰ ਨਹੀਂ ਹੈਗੀਆਂ ਤਾਂ ਫੰਕਸ਼ਨ ਇਹ ਕੰਟੀਨਿਊਸ ਨਹੀਂ ਹੋ ਸਕਦਾ। ਤਾਂ ਇਹ ਫੰਕਸ਼ਨ ਕਿੱਥੇ ਕੰਟੀਨਿਊਸ ਨਹੀਂ ਹੈਗਾ, ਇੰਟੀਜਰ ਪੁਆਇੰਟ ਦੇ ਉੱਪਰ ਹੀ ਨਹੀਂ ਹੋਵੇਗਾ, ਬਾਕੀ ਸਾਰੇ ਪੁਆਇੰਟਾਂ ਦੇ ਉੱਪਰ ਹੋਊਗਾ, ਉੱਥੇ ਕੋਈ ਦਿੱਕਤ ਨਹੀਂ ਆਏਗੀ ਇਹਨੂੰ। ਡਿਸਕਸ ਕੰਟੀਨਿਊਟੀ ਦਿਸ ਫੰਕਸ਼ਨ, ਆਹ ਫੰਕਸ਼ਨ ਹੈ ਜੀ ਕੰਟੀਨਿਊਟੀ ਡਿਸਕਸ ਕਰਨੀ ਹੈ। The function is defined in 2 ways. Each way is a function is algebraic function which is, ਬਸ ਉਹ ਕੀ ਹੈ ਕਿ ਫੰਕਸ਼ਨ 2 ਤਰੀਕਿਆਂ ਨਾਲ ਡਿਫਾਈਨ ਕੀਤਾ ਹੈਗਾ। ਇੱਕ x ਲੈਸਰ ਦੈਨ ਇਕੁਅਲ ਟੂ 1 ਲਈ ਡਿਫਾਈਨ ਕੀਤਾ ਹੈਗਾ, x+1 ਜੋ ਕਿ ਪੋਲੀਨੋਮੀਅਲ ਫੰਕਸ਼ਨ ਹੈ, ਅਤੇ ਇੱਕ x ਗ੍ਰੇਟਰ ਦੈਨ 1 ਹੈਗਾ, ਉਹ x-5 ਦੇ ਰੱਖਿਆ ਹੈਗਾ, ਉਹ ਵੀ ਅਲਜੇਬਰਾਇਕ ਫੰਕਸ਼ਨ ਹੈਗਾ ਜਾਂ ਪੋਲੀਨੋਮੀਅਲ ਫੰਕਸ਼ਨ ਹੈਗਾ। ਦੋਨੋਂ ਕੇਸ 'ਚ ਫੰਕਸ਼ਨ ਕੰਟੀਨਿਊਸ ਹੈ, ਪਰ ਪ੍ਰੋਬਲਮ ਕਿੱਥੇ ਆਊਗੀ, ਪ੍ਰੋਬਲਮ ਇਸ ਪੁਆਇੰਟ ਦੇ ਉੱਪਰ ਆਊਗੀ ਜਿੱਥੇ ਆਪਾਂ ਨੂੰ ਚੇਂਜ ਓਵਰ ਹੋ ਰਿਹਾ ਹੈਗਾ। ਅਤੇ ਜੇ ਇਹਦੀ ਕੰਟੀਨਿਊਟੀ ਡਿਸਕਸ ਕਰਨੀ ਹੈਗੀ ਤਾਂ ਇਸੇ ਪੁਆਇੰਟ 'ਤੇ ਡਿਸਕਸ ਕਰਨੀ ਬਣੂਗੀ, ਰਾਈਟ। ਅਤੇ ਐਕਸ ਦੇ ਉੱਪਰ ਰਾਈਟ ਹੈਂਡ ਲਿਮਿਟ ਲੈ ਲਓ ਅਤੇ ਲੈਫਟ ਹੈਂਡ ਲਿਮਿਟ ਲੈ ਲਓ, ਦੋਨੋਂ ਬਰਾਬਰ ਨਹੀਂ ਹੋਣੀਆਂ ਹੈਗੀਆਂ, ਇੱਕ -4 ਆ ਜਾਊਗੀ, ਇੱਕ 6 ਆ ਜਾਊਗੀ, ਠੀਕ ਹੈ। ਜੇ ਲੈਫਟ ਹੈਂਡ ਅਤੇ ਰਾਈਟ ਹੈਂਡ ਲਿਮਿਟ ਬਰਾਬਰ ਨਹੀਂ ਹੈਗੀਆਂ ਜਿਸ ਪੁਆਇੰਟ ਦੇ ਉੱਪਰ, ਤਾਂ ਫਿਰ ਉਸ ਪੁਆਇੰਟ ਦੇ ਉੱਪਰ ਫੰਕਸ਼ਨ ਕੰਟੀਨਿਊਸ ਨਹੀਂ ਹੋ ਸਕਦਾ।
ठीक है। ये तरीका बस एको ही है कि तुसी उस पॉइंट के उपर चैक करना हैगा कंटीन्यूटी जिहदे उपर फंक्शन चेंज ओवर दिखा रहा हो। इत्थे 1 ते दिखा रहा सीगा तां करके आपां 1 दे उपर ही डिस्कस कीता हैगा। इहदा ग्राफ अगले पेज ते दे रखिया हैगा, जिवें देखो मैं ग्राफ ड्रॉ कीता हैगा। 1 तो छोटे लिए आ ग्राफ बनता है तो 1 तो वड्डे लिए आ ग्राफ बनता है। देखो इन्ना गैप आ रहा है फंक्शन की वैल्यू के विच। 1 के उपर 1 है, ठीक है। 1 तो ग्रेटर दैन ग्राफ आ वाला बन रहा है, तो 1 तो लैसर दैन लिए आ ग्राफ बन रहा है। क्लीयर। तो आ देखो आ पॉइंट ऑफ डिसकंटीन्यूटी है सारी एडी वड्डी, इन्ना वड्डा गैप है। क्लीयर। इस फंक्शन की डिसकंटीन्यूटी कंटीन्यूटी डिस्कस करनी है। ओबीयसली जो पॉइंट इतने ब्रेकिंग पॉइंट है वो उपर डिस्कस होंगी है। तो एक्स उपर एक्स अप्रोचस टू 2 पॉजिटिव मीन है, 2 के राइट साइड तो अप्रोच करना है। एक्स इज इक्वल H+2 भर देंगे, है ना। H0 में अप्रोच करेगा एज यूजल। तो इस केस की है H मॉडलस अपॉन H पिछे देखिया एग्जिस्ट करती नहीं हैगी लिमिट, है ना। तो सिमिलरली F नैगेटिव ही नहीं करे, F2 नैगेटिव ही नहीं करेगी जिमें आ नहीं एग्जिस्ट की। तो इस केस ये फंक्शन जोड़ा है ये कंटीन्यूस नहीं है 2 के उपर। अदर वे तुसीं इत्थे अदर वे भी समझाया होया, सीधा भी कर सकते हैं, उहदे नाल कोई मुश्किल नहीं है ना। तो चाहे मतलब H की हैल्प ले बिना भी कर सकते हैं, सेम आंसर ही आऊगा। ਹੁਣ ਆਹ क्वेश्चन बड़े पेपर चाहते हैं कि के की वैल्यू पता करो सच दैट दिस फंक्शन इज कंटीन्यूस। देखने में ये क्वेश्चन बड़े औखे लगते हैं, पता नहीं किमें करना है, पर असल होंदा कुछ भी नहीं इन्होंने क्वेश्चन के जब मतलब फ्री के नंबर होंगे क्वेश्चन के, कई बार 6 नंबर भी पाया पिया होंगे, है ना। तो के की वैल्यू फाइंड करनी सच दैट दिस फंक्शन इज कंटीन्यू एट एक्स इज इक्वल टू 0। तो तुम मन के चलो इस बार क्योंकि लॉकडाउन बहुत लंबा चलिया है तो यहो क्वेश्चन नहीं होंगे सौखे सौखे। वो थोड़ी दी हिम्मत हैगी तुसीं पास होना हो जाना, नहीं पास होना जो हुण भी ना पास होए फिर मुश्किल हो जाएगा थोड़ा बहुत। इस बार गवर्नमेंट का की होएगा कि उन्होंने हो सकता तुहानूं रिलैक्सेशन ना देवे पर पेपर च भी रिलैक्सेशन मिल सकती हैगी है। तो क्वेश्चन बड़े सौखे सौखे ही आउणगे जे आउणगे तो इस बार क्वेश्चन पेपर दे विच बोर्ड वाले च। तो f(x) डिफाइन किया है kx² + 2 x लैसर दैन 0, ठीक है। तो 3x + 1 x ग्रेटर दैन 0। तो के की वैल्यू पता करो कि फंक्शन 0 के उपर कंटीन्यूस है। तो बस लैफ्ट हैंड तो राइट हैंड लिमिट लै लो, दोनों बराबर होणगियां 0 के उपर, तो अपना काम चला लो, है ना। आ राइट हैंड लिमिट हैगी 0 के उपर, तो लैफ्ट हैंड लिमिट हैगी, दोनों बराबर करना है आपां। तो अगले पेज आप बराबर कर देने। आ देखो बराबर कीतियां हुई दोनों वैल्यूज़। आ राइट हैंड लिमिट है जो कि 2k आऊगी, आ लैफ्ट हैंड लिमिट है जो कि 1 आऊगी, दोनों आपस में बराबर कर दो। 2k = 1 मीन k = 1/2। इस क्वेश्चन है कुछ नहीं, सिर्फ लैफ्ट हैंड तो राइट हैंड लिमिट बराबर ही किया, जी के की वैल्यू आप निकाल ली हैगी है।